3.5 ਮਹੀਨੇ ਹੋ ਗਏ। ਉਹ ਬਹੁਤ ਹੀ ਬਾਕਮਾਲ ਆ ਤੇ ਇਹੋ ਜਿਹਾ ਜਜ਼ਬਾ, ਜਿੰਨੀ ਸੇਵਾ ਕੀਤੀ ਆ ਖਾਲਸਾ ਏਡ ਨੇ ਸੰਗਤ ਦੀ, ਉਹ ਬਹੁਤ ਬਾਕਮਾਲ ਆ ਤੇ ਮੈਂ ਸਲਾਮ ਕਰਦਾ ਉਹ ਜਜ਼ਬੇ ਨੂੰ। ਜਦੋਂ ਰਿਟੇਲ ਨੂੰ ਕੰਟਰੋਲ ਕਰਨਾ ਤਾਂ ਰਿਟੇਲ ਦੀ ਪੂਰੀ ਚੇਨ ਕੰਟਰੋਲ ਕਰਨੀ ਹੈ। ਉਹ ਜਿੱਥੋਂ ਪ੍ਰੋਡਿਊਸ ਤੋਂ ਲੈ ਕੇ ਸ਼ੈਲਫ ਤੱਕ ਕੰਜ਼ਿਊਮਰ ਖਰੀਦਦਾ ਜਦੋਂ ਤੱਕ, ਉਹ ਪੂਰੀ ਚੇਨ ਕੰਟਰੋਲ ਕਰਨੀ ਹੈ। ਤੁਸੀਂ ਮੈਨੂੰ ਇਹ ਦੱਸੋ, ਅੱਜ ਤੱਕ ਆੜਤੀਏ ਨੇ ਕਿਸੇ ਸਾਡੇ ਕਿਸਾਨ ਨੂੰ ਜਾਂ ਮਜ਼ਦੂਰ ਨੂੰ ਨਹੀਂ ਮਾਰਿਆ, ਪਰ ਜਿਹੜੀਆਂ ਕੰਪਨੀਆਂ ਹੁੰਦੀਆਂ ਨਾ ਜਾਂ ਕਾਰਪੋਰੇਟ ਸੈਕਟਰ ਆ, ਉਹਨਾਂ ਨੇ ਤਾਂ ਪ੍ਰੋਫਿਟਸ ਤੇ ਕੰਮ ਕਰਨਾ, ਉਹਨਾਂ ਨੇ ਟਾਰਗੇਟਸ ਤੇ ਕੰਮ ਕਰਨਾ। ਦੇ ਹੈਵ ਨੋ ਇਮੋਸ਼ਨਸ। ਤੇ ਜਿਹੜੇ ਥੋੜੀ ਜ਼ਮੀਨ ਵਾਲੇ, ਉਹਦੀ ਕੋਈ ਤਾਕਤ ਨਹੀਂ ਰਹਿਣੀ, ਨਾ ਕੋਈ ਲੀਗਲ ਰੈਪਰੈਜ਼ੈਂਟੇਸ਼ਨ ਹੋਣੀ, ਨਾ ਕੋਈ ਕੰਟਰੈਕਟ ਨੈਗੋਸ਼ੀਏਸ਼ਨ ਦੀ ਹੋਣੀ, ਉਹ ਤਾਂ ਬਿਲਕੁਲ ਹੀ ਜਿੱਦਾਂ ਖਤਮ ਹੋ ਜਾਣੀ। ਵੀ ਸਾਨੂੰ ਸ਼ਾਂਤਮਈ ਹੀ ਰਹਿਣਾ ਚਾਹੀਦਾ, ਸ਼ਾਂਤਮਈ ਰਹਿਣਾ ਚਾਹੀਦਾ। ਦੇਖੋ ਹੁਣ ਅਸਲ ਸਬਰ ਪਰਖਿਆ ਜਾਊਗਾ, ਸਾਡਾ ਸਿਦਕ ਪਰਖਿਆ ਜਾਊਗਾ, ਸਾਡਾ ਸੰਤੋਖ ਪਰਖਿਆ ਜਾਊਗਾ। ਤੇ ਜੇ ਅਸੀਂ ਰੱਖ ਗਏ, ਅਸੀਂ ਜਿੱਤਾਂਗੇ। ਅਸੀਂ ਮੋਰਚੇ ਬੈਰੀਕੇਡਿੰਗ ਤੋੜੀ ਸੀ ਨਾ, ਉਹ ਸਾਡਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨਸ ਦੇ ਨਾਲ ਸੀ। ਹੁਣ ਜਿਹੜਾ ਸਾਡਾ ਟਕਰਾਅ ਹੋਣਾ ਨਾ, ਉਹ ਹੋਣਾ ਸਾਡਾ ਉਹਨਾਂ ਦੀਆਂ ਪੈਰਾਮਿਲਟਰੀ ਫੋਰਸਿਸ ਦਾ। ਜੇ ਤੁਸੀਂ ਕਹੋ ਸਰਕਾਰ ਤੇ ਫਰਕ ਨਹੀਂ ਪੈ ਰਿਹਾ, ਸਰਕਾਰ ਤੇ ਬਹੁਤ ਜ਼ਿਆਦਾ ਫਰਕ ਪੈ ਰਿਹਾ। ਇਸ ਟਾਈਮ ਸਰਕਾਰ ਹੁਣ ਆਪਦਾ ਪੂਰਾ ਵਾਹ ਲਾ ਰਹੀ ਹੈ ਵੀ ਇਸ ਐਜੀਟੇਸ਼ਨ ਨੂੰ ਖਤਮ ਕਿਵੇਂ ਕੀਤਾ ਜਾਵੇ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਵੱਲੋਂ ਆਪਾਂ ਖਾਲਸਾ ਏਡ ਦੇ ਸਟੂਡੀਓ ਵਿੱਚ ਇਸ ਵੇਲੇ ਯੂਕੇ ਦੇ ਵਿੱਚ ਬੈਠੇ ਆ। ਮੈਂ ਹਰਜਾਪ ਸਿੰਘ ਪੰਗਲ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਇੱਥੇ ਇੰਗਲੈਂਡ ਦਾ ਵਕੀਲ ਆ, ਟੀਵੀ ਸ਼ੋਅ ਹੋਸਟ ਵੀ ਆ। ਤੇ ਮੈਂ ਰਵੀ ਸਿੰਘ ਜੀ ਦੇ ਖਾਲਸਾ ਏਡ ਜੀ ਦੇ ਇਨਵੀਟੇਸ਼ਨ ਤੇ ਮੈਂ ਆਇਆ ਤੇ ਅੱਜ ਆਪਾਂ ਪ੍ਰੋਗਰਾਮ ਤੁਹਾਨੂੰ ਲੈ ਕੇ ਆ ਰਹੇ ਹਾਂ ਜੀ ਕਿ ਹੋ ਕੀ ਰਿਹਾ ਇਸ ਵੇਲੇ ਕਿਸਾਨ ਮੋਰਚੇ ਦੇ ਵਿੱਚ, ਤੇ ਜੋ ਆਪਣੇ ਕਿਸਾਨ ਆ ਉਹਨਾਂ ਦਾ ਕੀ ਹਾਲ ਚਾਲ ਆ, ਗਰਾਊਂਡ ਲੈਵਲ ਤੇ ਕੀ ਆ, ਮੰਗਾਂ ਕੀ ਆ, ਗਵਰਨਮੈਂਟ ਦੀ ਪੋਜੀਸ਼ਨ ਕੀ ਆ। ਤਾਂ ਪਹਿਲਾਂ ਤਾਂ ਸਾਰਿਆਂ ਨੂੰ ਸਵਾਗਤ ਕਰ ਦਈਏ ਰਵੀ ਸਿੰਘ ਜੀ ਨੂੰ ਖਾਲਸਾ ਏਡ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਦੀਪ ਸਿੱਧੂ ਜੀ ਜੋ ਕਿ ਇਸ ਵੇਲੇ ਮੋਰਚੇ ਦੇ ਵਿੱਚ ਬੈਠੇ ਆ, ਉਹਨਾਂ ਨੂੰ ਸਵਾਗਤ। ਦੀਪ ਜੀ ਤੁਹਾਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੇ ਪਹਿਲਾਂ ਤਾਂ ਆਪਾਂ ਰਵੀ ਸਿੰਘ ਨਾਲ ਜੀ ਗੱਲ ਕਰੀਏ। ਰਵੀ ਸਿੰਘ ਜੀ, what's the latest position ਜਿਸ ਤੱਕ ਤੁਹਾਨੂੰ ਜਾਣਕਾਰੀ ਹੈ, ਤੇ ਜਿੱਥੇ ਏਡ ਤੇ ਸਪੋਰਟ ਦੀ ਗੱਲ ਜਾ ਰਹੀ ਹੈ ਜੋ ਕਿ ਤੁਸੀਂ ਦੇ ਰਹੇ ਆ ਕਿਸਾਨਾਂ ਨੂੰ, what's your latest position on that? ਤੁਹਾਡੀ ਪੋਜੀਸ਼ਨ ਮਤਲਬ ਹਿਊਮੈਨਿਟੇਰੀਅਨ ਜਿਹੜੀ ਮਨੁੱਖਤਾ ਦੀ ਸੇਵਾ ਤੌਰ ਤੇ ਬਾਹਰ ਜਿਹੜੀ ਸੇਵਾ ਚੱਲ ਰਹੀ ਆ ਕਈ ਜਥੇਬੰਦੀਆਂ ਵੱਲੋਂ ਜੀ, ਤੇ ਮੇਰਾ ਖਿਆਲ ਜਿਹੜੇ ਕਿਸਾਨ ਉੱਥੇ ਆ ਰਹੇ ਆ ਦਿੱਲੀ ਨੂੰ ਜਾਂ ਹੋਰ ਬਾਰਡਰਾਂ ਤੇ, ਉਹਨਾਂ ਨੂੰ ਇਹ ਪਤਾ ਭਈ ਉੱਥੇ ਲੰਗਰ ਚੱਲੂਗੇ, ਸਾਰਾ ਕੁਝ ਮਿਲ ਰਿਹਾ, ਕੱਪੜਾ ਮਿਲ ਰਿਹਾ, ਕੰਬਲ ਮਿਲ ਰਿਹਾ, ਸਹੂਲਤਾਂ ਹਰ ਤਰ੍ਹਾਂ ਦੀਆਂ ਸਹੂਲਤਾਂ। ਹੁਣ ਟੋਇਲਟਸ ਵੀ ਕਾਫੀ ਬਿਲਡ ਕੀਤੀਆਂ ਆ ਤੇ ਕਾਫੀ ਵੱਡੇ ਜਿੱਦਾਂ ਭਈ ਰੈਸਟ ਘਰ ਵੀ ਬਣ ਰਿਹਾ ਉੱਥੇ, ਜਿੱਦਾਂ ਤੰਬੂ ਬਹੁਤ ਵੱਡੇ ਜਿਹੇ ਹੁੰਦੇ, ਮਾਰਕੀ। ਸੋ ਹਰ ਤਰ੍ਹਾਂ ਦੀਆਂ ਸਹੂਲਤਾਂ, ਬਹੁਤ ਹੀ ਜਥੇਬੰਦੀਆਂ ਜਿੱਦਾਂ ਇੱਕ ਵੈਸਟਰਨ ਜਥੇਬੰਦੀਆਂ, ਲੋਕਲ ਜਥੇਬੰਦੀਆਂ, ਲੋਕਲ ਸੰਗਤ ਪਿੰਡਾਂ ਤੋਂ, ਸ਼ਹਿਰਾਂ ਤੋਂ, ਰਾਜਸਥਾਨ ਤੋਂ, ਦਿੱਲੀ ਤੋਂ, ਪੰਜਾਬ ਤੋਂ, ਸੋ ਬਹੁਤ ਸੇਵਾ ਕਰ ਰਹੇ ਆ। ਜਿਹੜਾ ਵੀ ਤੁਸੀਂ ਸਮਾਨ ਦੇਖਦੇ ਜਾਂ ਖਾਲਸਾ ਏਡ ਦੇ ਰਹੀ ਆ, ਮੋਰੇ ਕੰਬਲ ਜਾਂ ਕੋਈ ਹੋਰ ਸਮਾਨ ਹੋਵੇ, ਤੇ ਉਹ ਸਾਰਾ ਡੋਨੇਸ਼ਨ, ਮੋਸਟਲੀ 80% ਡੋਨੇਸ਼ਨ ਆ, ਸੰਗਤ ਨੇ ਡੋਨੇਟ ਕੀਤਾ ਤੁਹਾਨੂੰ। ਇਹ ਨਹੀਂ ਵੀ ਅਸੀਂ ਖਰੀਦਦੇ, ਤਾਂ ਹੀ ਅਸੀਂ ਕਿਹਾ ਸਾਨੂੰ ਡੋਨੇਸ਼ਨ ਕਰਨ ਦੀ ਲੋੜ ਨਹੀਂ ਪੈਸੇ ਦੀ। ਠੀਕ ਹੈ ਜੀ, ਕਿਉਂਕਿ ਇਹ ਸਾਨੂੰ ਸੰਗਤ ਬਹੁਤ ਜੈਨਰਸਲੀ ਦੇ ਰਹੇ ਆ। ਠੀਕ ਹੈ ਜੀ। ਸੋ ਸੰਗਤ ਤਾਂ ਸਾਰੇ ਪਾਸੇ ਨਾਲ ਆ। ਤੁਸੀਂ ਸੰਗਤ ਦਾ ਹੀ ਦਿੱਤਾ ਗਾਹਾਂ ਦੇ ਰਹੇ ਆ? ਸੰਗਤ ਸਾਰਾ ਕੁਝ ਸੰਗਤ ਨੇ ਰੱਖਿਆ ਹੈ ਤੇ ਸਾਡੇ ਸੇਵਾਦਾਰਾਂ ਨੇ। ਓਕੇ। ਸੋ ਸੇਵਾਦਾਰ ਜਿਹੜੇ ਭਈ ਇਕੱਲੇ ਖਾਲਸਾ ਏਡ ਦੇ ਨਹੀਂ, ਭਈ ਹੋਰ ਵੀ ਸੇਵਾਦਾਰ ਬਹੁਤ ਚੜ੍ਹਦੀ ਕਲਾ ਮੂਹਰੇ ਆ ਕੇ ਸੇਵਾ ਕਰ ਰਹੇ ਆ। ਸੋ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ। ਪਰ ਮੇਰਾ ਖਿਆਲ ਹੌਲੀ ਜਿੰਨਾ ਚਿਰ ਮੋਰਚਾ ਚੱਲੀ ਜਾਂਦਾ, ਉਨੀਆਂ ਪਈ ਜਿਹੜੀਆਂ ਸਹੂਲਤਾਂ ਆ, ਹੋਰ ਵੀ ਜਿਹੜਾ ਪਈ ਜਿਹੜੀਆਂ ਉੱਥੇ ਫੈਸਿਲਿਟੀ ਦੀਆਂ ਇੰਪਰੂਵ ਹੋ ਜਾਂਦੀਆਂ, ਠੀਕ ਹੋ ਜਾਂਦੀਆਂ। ਹੋਰ ਵੀ ਜਿੱਦਾਂ ਰੋਜ਼ ਹੀ ਕੋਈ ਨਾ ਕੋਈ ਨਵਾਂ ਕੋਈ ਗਰੁੱਪ ਆ ਕੇ, ਹੋਰ ਜਿੱਦਾਂ ਕੋਈ ਸੇਵਾ ਦਾ ਗਰੁੱਪ ਆ ਕੇ ਕੋਈ ਸੇਵਾ ਕਰ ਰਹੇ ਆ। ਸੋ ਬਹੁਤ ਹੀ ਚੜ੍ਹਦੀ ਕਲਾ ਸੇਵਾ ਚੱਲ ਰਹੀ ਆ ਕੈਂਪਾਂ ਦੇ ਵਿੱਚ। ਦੀਪ ਜੀ, ਅਗਰ ਅਸੀਂ ਤੁਹਾਡੇ ਵੱਲ ਆਈਏ, ਕਿਉਂਕਿ ਤੁਸੀਂ ਮੋਰਚੇ ਦੇ ਵਿੱਚ ਬੈਠੇ ਆ ਇਸ ਵੇਲੇ, ਜਿਹੜੇ ਸਾਡੇ ਕੁਝ ਯੰਗਸਟਰਸ ਆ ਜਾਂ ਇੱਥੇ ਯੂਕੇ, USA, ਕੈਨੇਡਾ ਦੇ ਵਿੱਚ ਹੈਗੇ ਆ, ਆਸਟ੍ਰੇਲੀਆ ਦੇ ਵਿੱਚ, ਜਿਨ੍ਹਾਂ ਨੂੰ ਕੁਝ ਜ਼ਿਆਦਾ ਪਤਾ ਨਹੀਂ ਇਸ ਬਾਰੇ, ਇਸ਼ੂ ਬਾਰੇ, ਜਾਂ ਕੁਡ ਵਾਂਟ ਬਿਟ ਮੋਰ ਇਨਫੋਰਮੇਸ਼ਨ ਔਨ ਇਟ, ਤੁਸੀਂ ਖੁਦ ਵੀ ਵਕੀਲ ਹੋ, ਸੋ ਆਪਾਂ
ਥੋੜੀਆਂ ਵਕਾਲਤ ਦੀ ਲੈਂਗੁਏਜ ਵਿੱਚ ਨਹੀਂ, ਪਰ ਥੋੜੀਆਂ ਦੇਸੀ ਜਿਹੀ ਲੈਂਗੁਏਜ ਵਿੱਚ, ਜਿੱਦਾਂ ਲਾਅ ਮੇਡ ਈਜ਼ੀ ਕਰ ਲਈਏ, ਲੇਮਨਸ ਟਰਮਸ ਵਿੱਚ ਗੱਲ ਕਰ ਲਈਏ ਕਿ ਐਕਚੁਅਲੀ ਇਸ਼ੂਜ਼ ਕੀ ਆ ਇਸ ਵੇਲੇ ਔਨ ਦ ਗਰਾਊਂਡ, ਐਂਡ ਵਾਟ ਆਰ ਦ ਫਾਰਮਰਸ ਇਸ਼ੂਜ਼ ਐਂਡ ਵਾਟ ਆਰ ਦ ਗਵਰਨਮੈਂਟਸ ਇਸ਼ੂਜ਼। ਅਗਰ ਤੁਸੀਂ ਥੋੜਾ ਜਿਹਾ ਕੈਪ ਦੇ ਦਿਓ ਸਾਨੂੰ, ਰੀਕੈਪ। ਹਾਂਜੀ, ਮੈਂ ਸਟਾਰਟ ਕਰਦਾ ਜੀ। ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਆ, ਜੋ ਖਾਲਸਾ ਏਡ ਇੱਥੇ ਕਰ ਰਹੀ ਆ ਔਨ ਗਰਾਊਂਡ, ਐਂਡ ਜੋ ਰਵੀ ਬਾਈ ਦੀ ਸਾਰੀ ਟੀਮ ਕਰ ਰਹੀ ਆ, ਦੈਟਸ ਕਮੈਂਡੇਬਲ, ਯੂ ਨੋ। ਔਰ ਹੋਰ ਵੀ ਬਹੁਤ ਜਥੇਬੰਦੀਆਂ ਕਰ ਰਹੀਆਂ, ਉਹਨਾਂ ਨੂੰ ਵੀ ਸਾਰਿਆਂ ਨੂੰ ਅਸੀਂ ਸਲਾਮ ਕਰਦੇ ਹਾਂ, ਤਹਿ ਦਿਲੋਂ ਸਲਾਮ ਕਰਦੇ ਹਾਂ। ਪਰ ਜਿਵੇਂ ਖਾਲਸਾ ਏਡ ਨੇ ਰੋਲ ਨਿਭਾਇਆ ਥਰੂ ਆਊਟ ਦ ਐਜੀਟੇਸ਼ਨ, ਇਟਸ ਜਸਟ ਨਾਟ ਹੀਅਰ, ਥਰੂ ਆਊਟ 3.5 ਮਹੀਨੇ ਹੋ ਗਏ, ਉਹ ਬਹੁਤ ਹੀ ਬਾਕਮਾਲ ਆ। ਤੇ ਇਹੋ ਜਿਹਾ ਜਜ਼ਬਾ, ਜਿੰਨੀ ਸੇਵਾ ਕੀਤੀ ਆ ਖਾਲਸਾ ਏਡ ਨੇ ਸੰਗਤ ਦੀ, ਉਹ ਬਹੁਤ ਬਾਕਮਾਲ ਆ। ਤੇ ਮੈਂ ਸਲਾਮ ਕਰਦਾ ਉਹ ਜਜ਼ਬੇ ਨੂੰ। ਤੇ ਇੱਕ ਜਿਹੜੀ ਇਹਨਾਂ ਨੇ ਹਿਊਮਨਿਟੇਰੀਅਨ ਗਰਾਊਂਡ ਤੇ ਸਰਵਿਸ ਸ਼ੁਰੂ ਕੀਤੀ ਆ, ਜਿਹੜੀ ਸਾਡੇ ਸਿੱਖ ਧਰਮ ਚ ਤਾਂ ਤੁਹਾਨੂੰ ਪਤਾ ਸਾਡਾ ਫਲਸਫਾ ਹੀ ਇਹ ਆ। ਭਾਈ ਕਨ੍ਹਈਆ ਜੀ ਨੇ ਜਿਵੇਂ ਉੱਥੇ ਤਾਂ ਉਹ ਕਿਸੇ ਨੂੰ ਦੁਸ਼ਮਣ ਵੀ ਨਹੀਂ ਸਮਝਦੇ ਹੁੰਦੇ ਸੀ, ਤਾਂ ਅਸੀਂ ਤਾਂ ਉਸ ਫਲਸਫੇ ਦੇ ਜਾਂ ਉਹਨਾਂ ਜਿਹੜੇ ਸਾਡੇ ਸਿਧਾਂਤਾਂ ਦੇ ਲੋਕ ਆ। ਸੋ ਐਨੀਵੇਜ਼ ਔਨ ਗਰਾਊਂਡ, ਪਹਿਲਾਂ ਤਾਂ ਆਪਾਂ ਇਸ਼ੂਜ਼ ਦੀ ਗੱਲ ਕਰੀਏ। ਦੇਖੋ, ਇੰਡੀਆ ਚ ਨਿਊ ਫਾਰਮਰ ਲਾਜ਼ ਇੰਪਲੀਮੈਂਟ ਹੋ ਗਏ, ਹਨਾ। ਨਿਊ ਫਾਰਮਰ ਲਾਜ਼ ਇੰਪਲੀਮੈਂਟ ਹੋ ਗਏ, ਜਿਹੜੀ ਕਿ ਸਿੱਧੇ ਤੌਰ ਤੇ ਕਾਰਪੋਰੇਟ ਆਬਜੈਕਟਿਵ ਵਾਸਤੇ ਬਣਾਏ ਗਏ ਆ, ਕਾਰਪੋਰੇਟਸ ਨੂੰ ਅਕੋਮੋਡੇਟ ਕਰਨ ਵਾਸਤੇ ਬਣਾਏ ਗਏ ਆ, ਕਾਰਪੋਰੇਟਸ ਨੂੰ ਕਹਿ ਦਈਏ ਆਪਾਂ ਕੈਪੀਟਲਿਸਟਿਕ ਸੁਸਾਇਟੀ ਨੂੰ। ਸੋ ਕੈਪੀਟਲਿਸਟਿਕ ਸੁਸਾਇਟੀ ਨੂੰ ਅਕੋਮੋਡੇਟ ਕਰੋ, ਉਹਦੇ ਚ ਕੋਈ ਪ੍ਰੋਬਲਮ ਨਹੀਂ ਆ, ਪਰ ਕੈਪੀਟਲਿਸਟਿਕ ਸੁਸਾਇਟੀ ਨੂੰ ਅਕੋਮੋਡੇਸ਼ਨ ਆ ਜਿਹੜੀ, ਉਹ ਐਟ ਦ ਕਾਸਟ ਆਫ probably what you can say, you know, suppressing somebody and especially farmer community, ਹਨਾ। ਉਹ ਉਹਨਾਂ ਨੂੰ ਦਬਾਉਣ ਚ ਜਾਂ ਉਹਨਾਂ ਨੂੰ ਕੁਚਲਣ ਚ ਤੁਸੀਂ ਇਹੋ ਜਿਹੀ ਪਾਲਿਸੀ ਇੰਪਲੀਮੈਂਟ ਕਰੋਗੇ ਜਿਹੜੀ ਕੱਲ ਨੂੰ ਉਹਨਾਂ ਦੀ ਸਪਰੈਸ਼ਨ ਲੈ ਕੇ ਆਉਂਦੀ ਆ। ਸਪਰੈਸ਼ਨ ਇਨ ਟਰਮਸ ਆਫ ਦੈਟ ਉਹਨਾਂ ਦਾ ਪੂਰਾ ਆਟੋਨਮਸ ਸਟਰਕਚਰ ਆ ਜਿਹੜਾ ਐਗਰੀਕਲਚਰ ਦਾ, ਉਹੀ ਲੈ ਜਾਂਦੇ ਹੋ। ਸੋ ਇਹਦੇ ਅਗੇਂਸਟ ਇਹ ਆਵਾਜ਼ ਬੁਲੰਦ ਹੋਈ। ਸੋ ਇਨਫੈਕਟ ਗਵਰਨਮੈਂਟ ਨੇ 3 ਫਾਰਮ ਜਿਹੜੇ ਲਾਜ਼ ਇੰਪਲੀਮੈਂਟ ਕੀਤੇ ਆ, ਉਹ ਇੱਕ ਪਾਲਿਸੀ। ਸਰ, ਉਹ ਇੰਪਲੀਮੈਂਟ ਹੋ ਗਏ, ਉਹ ਪਾਸ ਹੋ ਗਏ ਆ ਜਾਂ ਐਕਚੁਅਲੀ ਉਹ ਇਨ ਪ੍ਰੋਸੈਸ ਚ ਇਸ ਵੇਲੇ? ਹਾਂਜੀ, ਨਹੀਂ ਜੀ, ਉਹ ਇੰਪਲੀਮੈਂਟ ਹੋ ਗਏ। ਔਰ ਜਿੱਦੇ ਪ੍ਰੈਜ਼ੀਡੈਂਟ ਨੇ ਅਸੈਂਟ ਦੇਤਾ ਸੀ, ਇੰਪਲੀਮੈਂਟੇਸ਼ਨ ਤਾਂ ਉਦਾਂ ਹੀ ਸ਼ੁਰੂ ਹੋ ਗਈ ਸੀ। ਸੋ ਵੱਖਰੇ ਟਾਈਮ ਵੱਖਰੇ ਸਟੇਟ ਚ ਇੰਪਲੀਮੈਂਟ ਹੋ ਗਏ ਆ। ਐਂਡ ਜਦੋਂ ਆਪਾਂ ਕਹਿੰਦੇ ਆ ਵੀ ਉਹ 3 ਫਾਰਮਰ ਲਾਜ਼ ਆ, ਐਕਚੁਅਲੀ ਉਹ 3 ਫਾਰਮਰ ਲਾਜ਼ ਯੂ ਨੋ ਚਾਹੇ ਵੱਖਰੇ ਹੋਣ, ਪਰ ਉਹ ਇੱਕ ਪਾਲਿਸੀ ਦੀ ਤਰ੍ਹਾਂ ਦੇਖੀਏ ਤਾਂ ਉਹ ਇੱਕ ਪਾਲਿਸੀ ਆ, ਜਿਹਦੇ ਚ ਪਹਿਲਾਂ ਉਹਨਾਂ ਨੇ ਕੀਤਾ ਜਿਹੜਾ ਸਾਡਾ ਫਸਲਾਂ ਦਾ ਮੰਡੀਕਰਨ ਹੁੰਦਾ ਸੀ, ਜਾਂ ਉਹਨੂੰ ਮਾਰਕੀਟ ਸਪੇਸ ਸੀ ਜਿਹੜੀ ਸਾਡੇ, ਜਿੱਥੇ ਅਸੀਂ ਫਸਲ ਆਪਦੀ ਕ੍ਰੌਪਸ ਲੈ ਕੇ ਜਾਂਦੇ ਸੀ, ਉਹਨੂੰ ਡਾਇਲਿਊਟ ਕਰਤਾ ਪੁਰਾਣੇ ਸਿਸਟਮ ਨਾਲ, ਹਨਾ। ਉਹਨੂੰ ਡਾਇਲਿਊਟ ਕਰਕੇ ਇੱਕ ਨਵੀਂ ਮੰਡੀ ਖੜੀ ਕਰਤੀ ਉਹਦੇ ਨਾਲ। ਦੂਜਾ ਪਾਲਿਸੀ ਦਾ ਅਸੀਂ ਇਹਦਾ ਰੁਖ ਦੇਖੀਏ ਤਾਂ ਉਹਨਾਂ ਨੇ ਕੀ ਕੀਤਾ, ਨਾਲ ਦੀ ਨਾਲ ਅਸੈਂਸ਼ੀਅਲ ਕਮੋਡਿਟੀ ਐਕਟ, ਸਾਡੇ ਇੱਕ ਲਾਅ ਆ ਇੱਥੇ, ਜਿਹਦੇ ਚ ਜ਼ਰੂਰੀ ਵਸਤਾਂ ਦਾ ਭੰਡਾਰੀਕਰਨ ਆ, ਜਾਂ ਅਸੈਂਸ਼ੀਅਲ ਕਮੋਡਿਟੀ ਐਕਟ ਦੀ ਜਿਹੜੀ ਆਪਾਂ ਕਹਿ ਲਈਏ ਹੋਰਡਿੰਗ ਨੂੰ ਲੀਗਲ ਕਰਤਾ, ਜਮਾਖੋਰੀ ਨੂੰ, ਹਨਾ, ਉਹਨੂੰ ਲੀਗਲ ਕਰਤਾ। ਪਹਿਲਾਂ ਉਹ ਇੱਕ ਲਿਮਿਟ ਚ ਹੁੰਦੀ ਸੀ, ਲਿਮਿਟ ਤੋਂ ਬਾਅਦ ਕੋਈ ਜਮਾਖੋਰੀ ਕਰ ਨਹੀਂ ਸਕਦਾ ਸੀ। ਤੀਜਾ ਕੰਟਰੈਕਟ ਫਾਰਮਿੰਗ ਲੈ ਕੇ ਆਏ। ਸੋ ਇਹ ਪੂਰੀ ਇੱਕ ਪਾਲਿਸੀ ਇੰਪਲੀਮੈਂਟ ਹੋ ਗਈ। ਇਸ ਪਾਲਿਸੀ ਨੇ ਕੀ ਕਰਨਾ, ਇਸ ਪਾਲਿਸੀ ਨੇ ਇਕੱਲੇ ਫਾਰਮਰਸ ਨੂੰ ਨਹੀਂ ਅਫੈਕਟ ਕਰਨਾ, ਜਾਂ ਫਾਰਮਰਸ ਦੀ ਆਟੋਨਮਸ ਸਟਰਕਚਰ ਸੀ ਜਿਹੜਾ ਐਗਰੀਕਲਚਰ ਦਾ, ਉਹਨੂੰ ਨਹੀਂ ਅਫੈਕਟ ਕਰਨਾ। ਇਸ ਪਾਲਿਸੀ ਨੇ ਕੰਜ਼ਿਊਮਰ ਨੂੰ ਵੀ ਅਫੈਕਟ ਕਰਨਾ, ਔਰ ਬਹੁਤ ਆਪਾਂ ਕਹੀਏ ਉਹਦਾ ਇੰਪੈਕਟ ਬਹੁਤ ਵੱਡੇ ਤੌਰ ਤੇ ਕੰਜ਼ਿਊਮਰਸ ਤੇ ਵੀ ਆਉਣਾ, ਜਾਂ ਕੱਲ ਨੂੰ, ਕਿਉਂਕਿ ਇਹਨਾਂ ਨੇ ਰਿਟੇਲ ਸੈਕਟਰ ਨੂੰ ਕੰਟਰੋਲ ਕਰਨ ਦੀ, ਇੰਡੀਆ ਦਾ ਜਿਹੜਾ ਰਿਟੇਲ ਸੈਕਟਰ ਹੈ ਨਾ, ਉਹ ਆ 12,000 ਖਰਬ, ਯੂ ਨੋ, that's huge, it's biggest in the world. So ਜਦੋਂ ਰਿਟੇਲ ਨੂੰ ਕੰਟਰੋਲ ਕਰਨਾ ਤਾਂ ਰਿਟੇਲ ਦੀ ਪੂਰੀ ਚੇਨ ਕੰਟਰੋਲ ਕਰਨੀ ਆ। ਉਹ ਜਿੱਥੋਂ ਪ੍ਰੋਡਿਊਸ ਤੋਂ ਲੈ ਕੇ ਸ਼ੈਲਫ ਤੱਕ ਕੰਜ਼ਿਊਮਰ ਖਰੀਦਦਾ ਜਦੋਂ ਤੱਕ, ਉਹ ਪੂਰੀ ਚੇਨ ਕੰਟਰੋਲ ਕਰਨੀ ਆ। ਸੋ ਵਾਟ ਦੇ ਡਿਡ, ਪਹਿਲਾਂ ਉਹਨਾਂ ਨੇ APMC ਨੂੰ ਡਾਇਲਿਊਟ ਕਰਕੇ ਕਾਰਪੋਰੇਟ ਕੰਪਨੀਜ਼ ਜਾ ਕੇ ਆਪਦੀਆਂ ਮੰਡੀਆਂ ਖੋਲ ਸਕਦੀਆਂ ਜਾਂ ਆਪਦੀ ਖਰੀਦ ਕਰ ਸਕਦੀਆਂ, ਈਵਨ ਫਾਰਮਰਸ ਦੇ ਉਹਨਾਂ ਦੇ ਖੇਤਾਂ ਤੱਕ ਜਾ ਸਕਦੀਆਂ। ਸੋ ਪਹਿਲਾਂ ਤਾਂ ਉਹ ਪਾਲਿਸੀ ਲੈ ਕੇ ਆਏ। ਨਾਲ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਖਰੀਦ ਲਓ, ਉਹਨਾਂ ਦੇ ਖੇਤਾਂ 'ਚ, ਉਹਨਾਂ ਦੇ ਘਰਾਂ 'ਚੋਂ ਖਰੀਦ ਲਓ, ਫਿਰ ਉਹਨੂੰ ਲਿਆ ਕੇ ਰੱਖੋਗੇ ਕਿੱਥੇ, ਸਟੋਰ ਕਿੱਥੇ ਕਰੋਗੇ, ਉਹਦੇ ਤੇ ਕੋਈ ਲਿਮਿਟ ਨਹੀਂ, ਜਿੰਨਾ ਮਰਜ਼ੀ ਸਟੋਰ ਕਰ ਲਓ। ਇਹਦੀ ਇੱਕ ਜਿਹੜੀ ਪ੍ਰਾਈਮ ਐਗਜ਼ਾਮਪਲ ਆ, ਇੱਕ ਜਿਹੜਾ ਸਾਈਲੋ ਬਣਿਆ, ਅਦਾਨੀ ਦਾ ਸਾਈਲੋ ਬਣਿਆ ਫਿਰੋਜ਼ਪੁਰ ਕੋਲੇ, ਉਸ ਸਾਈਲੋ 'ਚ 3 ਜ਼ਿਲ੍ਹਿਆਂ ਦੀਆਂ ਫਸਲਾਂ ਆ ਸਕਦੀਆਂ ਇਕੱਠੀਆਂ।
ਸੋ ਤੁਸੀਂ ਦੇਖ ਲਓ ਵੀ ਇੰਨੀ ਵੱਡੀ ਸਟੋਰੇਜ ਜਦੋਂ ਹੋਈ ਤਾਂ ਤੁਸੀਂ ਦੂਜੀ ਪਾਲਿਸੀ ਜਿਹੜੀ ਮੈਂ ਕਹਿ ਰਿਹਾ ਸੀ ਐਸੈਂਸ਼ੀਅਲ ਕਮੋਡਿਟੀ ਐਕਟ ਨੂੰ ਉਹਦੇ ਚ ਨਵੀਂ ਅਮੈਂਡਮੈਂਟ ਲਿਆ ਕੇ ਹੋਰਡਿੰਗ ਨੂੰ ਲੀਗਲ ਕਰਤਾ, ਜਮਾਖੋਰੀ ਨੂੰ ਲੀਗਲ ਕਰਤਾ। ਤੀਜੀ ਅਮੈਂਡਮੈਂਟ ਹੋਈ ਕੰਟਰੈਕਟ ਫਾਰਮਿੰਗ, ਬਿਕਾਜ਼ ਵਿਕੂਗਾ ਸ਼ੈਲਫ ਤੇ ਉਹੀ ਜੋ ਕੁਆਲਿਟੀ ਪ੍ਰੋਡਕਟਸ ਹੋਏ ਜਾਂ ਜਿਹੋ ਜਿਹੇ ਪ੍ਰੋਡਕਟਸ ਉਹਨਾਂ ਨੂੰ ਚਾਹੀਦੇ ਹੋਏ। ਸੋ ਇਸ ਕਰਕੇ ਉਹਨਾਂ ਨੇ ਕੀ ਕੀਤਾ, ਕੰਟਰੈਕਟ ਫਾਰਮਿੰਗ ਇੰਟਰੋਡਿਊਸ ਕੀਤੀ ਵੀ ਹੁਣ ਜਿਹੜੇ ਖੇਤਾਂ 'ਚ ਜਾ ਕੇ ਵੀ ਤੁਸੀਂ ਕੰਟਰੈਕਟ ਕਰ ਸਕਦੇ ਹੋ ਕਿਸਾਨਾਂ ਨਾਲ, ਤੇ ਉਹਨਾਂ ਨੂੰ ਕੰਟਰੈਕਟ ਦੇ ਅਧੀਨ ਤਾਂ ਫਿਰ ਇਹਨਾਂ ਨੇ ਆਪਦੀਆਂ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਆਲਸੋ what they have to grow, how they have to grow, ਉਹ ਵੀ ਕੰਟਰੋਲ ਕਰਨਾ। ਤਾਂ so when we say autonomous structure has gone, ਖੇਤੀ ਨਾਲ ਸਾਡੀ ਨਾ ਇੱਕ ਲਾਈਫ ਸਟਾਈਲ ਜੁੜਿਆ ਹੋਇਆ ਜਿਹੜਾ ਇਵੋਲਵ ਹੋਇਆ ਸਦੀਆਂ ਤੋਂ, ਇੱਕ ਸਭਿਅਤਾ, ਇੱਕ ਸਿਵਲਾਈਜੇਸ਼ਨ ਇਵੋਲਵ ਹੋਈ ਆ, ਉਹ ਵਿਕਸਿਤ ਹੋਈ ਆ, ਹਨਾ, ਉਹ ਧਰਤੀ ਦੇ ਨਾਲ ਹੀ ਜੁੜੀ ਹੋਈ ਹੁੰਦੀ ਆ। ਜਦੋਂ ਤੁਸੀਂ ਉਹ ਸਾਰੇ ਸਟਰਕਚਰ ਨੂੰ ਕੰਟਰੋਲ ਕਰਦੇ ਹੋ ਤਾਂ ਤੁਹਾਡੀ ਲਿਟਰਲੀ ਪੂਰੀ ਸਿਵਲਾਈਜੇਸ਼ਨ, ਤੁਹਾਡੀ ਜੀਵਨ ਸ਼ੈਲੀ, ਤੁਹਾਡਾ ਲਾਈਫ ਸਟਾਈਲ ਤੇ ਬਹੁਤ ਵੱਡਾ ਅਸਰ ਪੈਂਦਾ, ਉਹ ਬਦਲ ਜਾਂਦਾ। ਜੋ ਗਵਰਨਮੈਂਟ ਦੀ ਆਰਗੂਮੈਂਟ ਆ, ਗਵਰਨਮੈਂਟ ਦੀ ਆਰਗੂਮੈਂਟ ਵੀ ਦੇਖੀਏ ਨਾ, ਉਹ ਤਾਂ ਕਹਿ ਰਹੇ ਐਕਚੁਅਲੀ ਜੋ ਫਾਰਮਰਸ ਦਾ ਹੱਕ ਬਣ ਰਿਹਾ ਜੋ ਫਸਲ ਚੋਂ ਉਹਨਾਂ ਨੂੰ ਨਹੀਂ ਮਿਲ ਰਿਹਾ, ਕਿਉਂਕਿ ਕਮਿਸ਼ਨ ਏਜੰਟਸ ਕਾਫੀ ਫਿਕਸਿੰਗ ਪ੍ਰਾਈਸ ਕਰ ਰਹੇ ਆ, ਤਾਂ ਕਾਫੀ ਉਹਨਾਂ ਚੋਂ ਪੈਸੇ ਖਾ ਰਹੇ। ਫਰਜ਼ ਕਰੋ ਕਿ ਜੇ ਕੋਈ ਚੀਜ਼ 100 ਦੀ ਵਿਕਦੀ ਆ ਮੰਡੀ ਦੇ ਵਿੱਚ, ਉਹ ਕਮਿਸ਼ਨ ਏਜੰਟਸ ਕਹਾਂ 180 170 ਦੀ ਵੇਚ ਰਹੇ ਆ, ਤਾਂ ਐਕਚੁਅਲੀ ਦੇ ਆਰ ਟੇਕਿੰਗ ਜੋ ਫਾਰਮਰ ਦੀ ਮਿਹਨਤ ਦੀ ਕਮਾਈ ਆ ਆਪਣੇ ਕਮਿਸ਼ਨ ਤੋਂ ਵੱਧ ਲੈ ਰਹੇ ਆ, ਐਂਡ ਦੈਟ ਜੋ ਨਵੇਂ ਬਿਲਸ ਆ ਇਹ ਉਹ ਕਮਿਸ਼ਨ ਏਜੰਟ ਨੂੰ ਟੇਕ ਆਊਟ ਕਰ ਲੇਗਾ। Is there any truth to that? No, there's no truth in it. I'll actually explain it to you. ਹੁੰਦਾ ਕੀ ਆ, ਜਿਹੜਾ ਕਮਿਸ਼ਨ ਏਜੰਟ ਉਹ ਕਹਿ ਰਿਹਾ ਉਹ ਫੈਸਿਲਿਟੇਟਰ ਆ ਬੰਦਾ। ਐਕਚੁਅਲੀ ਜਦੋਂ ਕੋਈ ਕਿਸਾਨ ਮੰਡੀ 'ਚ ਫਸਲ ਲੈ ਕੇ ਜਾਂਦਾ ਨਾ, ਉਹ ਆਪਦੇ ਆੜ੍ਹਤੀਏ ਕੋਲੇ ਜਾ ਕੇ ਸਿੱਟਦਾ, ਉਹਨੂੰ ਸਟੋਰੇਜ ਵੀ ਉੱਥੇ ਮਿਲਦੀ ਆ, ਉਹਦੀ ਫਸਲ ਟਰਾਲੀ ਖਾਲੀ ਕਰਨੀ, ਉਹਦੀ ਫਸਲ ਸੁਟਾਉਣੀ, ਉਹਦੀ ਫਸਲ ਜਿਹੜੀਆਂ ਸਾਡੀਆਂ FCI ਆ, ਪੰਸਪ ਆ, ਮਾਰਕਫੈਡ ਆ, ਉਹਨਾਂ ਏਜੰਸੀਆਂ ਨੂੰ ਵੇਚਣੀ, ਉਹਦੀ ਖਰੀਦ ਦੇ ਪੈਸੇ ਸਾਂਭਣੇ ਤੇ ਉਸ ਕਿਸਾਨ ਨੂੰ ਦੇਣੇ। ਇਹ ਸਾਰਾ ਕਮਿਸ਼ਨ ਏਜੰਟਸ ਦਾ ਕੰਮ ਆ, ਜਿਹਨੂੰ ਉਹ ਕਮਿਸ਼ਨ ਏਜੰਟ, ਜਿਹਨੂੰ ਆਪਾਂ ਆੜ੍ਹਤੀਆ ਕਹਿੰਦੇ ਆ, ਹਨਾ, ਉਹ ਫੈਸਿਲਿਟੇਟ ਕਰਦਾ, ਇੱਕ ਫੈਸਿਲਿਟੇਟਰ ਆ, ਤੇ ਉਹਦੇ ਉਹਨੂੰ ਕੁਝ % ਹੀ ਮਿਲਦਾ, ਕਿਉਂਕਿ ਉੱਥੇ ਮਾਰਕੀਟ ਦੀ ਇੱਕ ਫੀਸ ਆ 8 ਤੋਂ 8.5% ਜਿਹੜੀ APMC ਐਕਟ ਦੇ ਅੰਡਰ ਆ। ਉਹ ਫੀਸ ਦਾ ਮੈਨੂੰ ਲੱਗਦਾ ਕੁਝ % ਆੜ੍ਹਤੀਏ ਨੂੰ ਜਾਂਦਾ, ਬਾਕੀ ਉਹ ਲੋਕਲ ਡਿਵੈਲਪਮੈਂਟ ਵਾਸਤੇ, ਪਿੰਡਾਂ ਦੀਆਂ ਉੱਥੇ ਜਿਹੜੀਆਂ ਗਲੀਆਂ ਨਾਲੀਆਂ ਦੀ ਡਿਵੈਲਪਮੈਂਟ ਵਾਸਤੇ, ਸੜਕਾਂ ਦੀ ਡਿਵੈਲਪਮੈਂਟ ਵਾਸਤੇ ਰੱਖਦੀ ਆ, ਜਿਹੜੀ ਮੰਡੀ ਬੋਰਡ ਕੋਲੇ ਪੈਸੇ ਜਾਂਦੇ ਆ ਤੇ ਉਹ ਰੂਰਲ ਡਿਵੈਲਪਮੈਂਟ ਤੇ ਲਾਉਂਦੇ ਆ, ਇੱਕ ਉਹਦੇ ਚ ਉਹ ਵੀ ਬਹੁਤ ਵੱਡਾ ਪਾਰਟ ਆ। ਸੋ ਹੁਣ ਕਮਿਸ਼ਨ ਏਜੰਟ ਦਾ ਤਾਂ ਕੰਮ ਇੰਨਾ ਕੀ ਆ, ਪਰ ਜਿਹੜੇ ਕਮਿਸ਼ਨ ਏਜੰਟ ਦੀ ਗੱਲ ਉਹ ਕਰ ਰਹੇ ਆ, ਉਹ ਕਮਿਸ਼ਨ ਏਜੰਟ ਦੀ ਗੱਲ ਨਹੀਂ ਕਰ ਰਹੇ, ਉਹ ਉਸ ਕਾਰਪੋਰੇਟ ਘਰਾਣੇ ਦੀ ਗੱਲ ਕਰ ਰਹੇ ਆ, ਜਾਂ ਉਹਨਾਂ ਵਪਾਰੀਆਂ ਦੀ ਗੱਲ ਕਰ ਰਹੇ ਆ ਜਿਹੜੇ ਸਾਡੇ ਰॉ ਕ੍ਰੌਪਸ ਨੂੰ ਜਾਂ ਰॉ ਮਟੀਰੀਅਲ ਨੂੰ ਖਰੀਦ ਕੇ ਤੇ ਉਹਨੂੰ ਪ੍ਰੋਸੈਸ ਕਰਕੇ ਵੇਚਦੇ ਆ। ਸੀ ਜਦੋਂ ਪ੍ਰੋਸੈਸ ਕਰਕੇ ਵੇਚਦੇ ਆ, ਅਸਲ ਮਾਰਜਨ ਆ ਨਾ ਜਿਹੜਾ, ਅਸਲ ਜਿਹੜਾ ਡਿਫਰੈਂਸ ਆ ਉਹ ਉੱਥੇ ਕਮਾਉਂਦੇ ਆ। ਅਸੀਂ ਵੀ ਜਦੋਂ ਤੱਕ ਰॉ ਮਟੀਰੀਅਲ ਵੇਚਦੇ ਰਹਾਂਗੇ ਜਾਂ ਸਾਡੇ ਕਿਸਾਨ ਵੇਚਦੇ ਰਹਿਣਗੇ, ਅੱਜ ਦੀ ਦੁਨੀਆ 'ਚ, ਅੱਜ ਦੀ ਮਾਰਕੀਟ 'ਚ ਜਦੋਂ ਤੱਕ ਅਸੀਂ ਪ੍ਰੋਸੈਸਿੰਗ ਫੂਡ ਵਾਲੇ ਪਾਸੇ ਨਹੀਂ ਆਵਾਂਗੇ, ਅਸੀਂ ਵੀ ਉਹਦਾ ਫਾਇਦਾ ਨਹੀਂ ਲੈ ਸਕਦੇ। ਸੋ ਐਕਚੁਅਲੀ ਜਿਹੜਾ ਰਿਫਾਰਮਸ ਹੋਣੇ ਚਾਹੀਦੇ ਸੀ, ਰਿਫਾਰਮਸ ਦੀ ਬਹੁਤ ਜ਼ਰੂਰਤ ਆ, ਕਿਉਂਕਿ ਜਿਹੜਾ ਅਸੀਂ ਮਾਡਲ ਐਗਰੀਕਲਚਰ ਦਾ ਪ੍ਰੈਕਟਿਸ ਕਰ ਰਹੇ ਹਾਂ ਪੰਜਾਬ 'ਚ, ਮਾਡਲ ਹੀ ਬਹੁਤ ਪੁਰਾਣਾ ਤੇ ਰਿਟੈਂਡੈਂਟ ਆ। ਰਿਫਾਰਮਸ ਦੀ ਜ਼ਰੂਰਤ ਆ। ਰਿਫਾਰਮਸ APMC ਐਕਟ 'ਚ ਹੋਣੇ ਚਾਹੀਦੇ ਸੀ। ਰਿਫਾਰਮਸ ਸਾਡੇ ਐਗਰੀਕਲਚਰ ਮਾਡਲ ਆ, ਜਿਹੜਾ ਐਗਰੇਰੀਅਨ ਮਾਡਲ ਪੰਜਾਬ ਦਾ, ਉਹਦੇ 'ਚ ਹੋਣੇ ਚਾਹੀਦੇ ਸੀ। ਪਰ ਇਹਨਾਂ ਨੇ ਰਿਫਾਰਮਸ ਸਿਰਫ ਜਿਹੜੇ ਕੀਤੇ ਆ, ਉਹ ਕੀਤੇ ਆ ਕਾਰਪੋਰੇਟ ਸੈਕਟਰ ਲਈ, ਬਿਜ਼ਨਸ ਲਈ। ਤੁਸੀਂ ਮੈਨੂੰ ਇਹ ਦੱਸੋ, ਅੱਜ ਤੱਕ ਆੜ੍ਹਤੀਏ ਨੇ ਕਿਸੇ ਸਾਡੇ ਕਿਸਾਨ ਨੂੰ ਜਾਂ ਮਜ਼ਦੂਰ ਨੂੰ ਨਹੀਂ ਮਾਰਿਆ, ਪਰ ਜਿਹੜੀਆਂ ਕੰਪਨੀਆਂ ਹੁੰਦੀਆਂ ਨਾ ਜਾਂ ਕਾਰਪੋਰੇਟ ਸੈਕਟਰ ਆ, ਉਹਨਾਂ ਨੇ ਤਾਂ ਪ੍ਰੋਫਿਟਸ ਤੇ ਕੰਮ ਕਰਨਾ, ਉਹਨਾਂ ਨੇ ਟਾਰਗੇਟਸ ਤੇ ਕੰਮ ਕਰਨਾ। ਦੇ ਹੈਵ ਨੋ ਇਮੋਸ਼ਨਸ। So, Paji, from what you're saying, and Ravi Paji, you can jump in and say if I'm wrong. What you're saying is, reforms are needed, and in fact, your whole infrastructure है, total infrastructure ही खराब है, or that needs rebuilding from head to toe. But what the argument is that the way it has been done. So ਇਸ ਤਰ੍ਹਾਂ ਲੱਗਦਾ ਹੈ ਜੋ ਕਿ ਤੁਹਾਡੀ ਫਾਰਮਰਸ ਦੀ ਆਰਗੂਮੈਂਟ ਹੈ ਕਿ ਇਹਨਾਂ ਨੇ ਇਨਫੈਕਟ ਆੜ੍ਹਤੀਆਂ ਨੂੰ ਠਾ ਕੇ ਇਹਨਾਂ ਨੇ ਕਾਰਪੋਰੇਟਸ ਨੂੰ ਆੜ੍ਹਤੀਆਂ ਦੇ ਰੋਲ ਦੇ ਦੇਣਾ ਹੈ। Is that what we're trying to say? That no. ਕਿ ਇਹ ਹੋ ਰਿਹਾ, and that will not alleviate any problem. That will just be a change of middleman, of change of facilitator. No.
No, it's just not that. It's just not change of a middleman. Please understand Right. that middleman earlier, earlier the kind of whole structure was there, and that structure had no role to play in the farm. Had Right. ਜਿਹੜਾ ਪੁਰਾਣਾ ਆੜਤੀਆ ਸੀ ਉਹਨੇ ਫਸਲ ਕਿਵੇਂ ਬੀਜਣੀ ਆ, ਕਿਹੜੀ ਫਸਲ ਬੀਜਣੀ ਆ, ਕਦੋਂ ਵਾਹਣੀ ਆ, ਅਸੀਂ ਉਹ ਬੀਜਣੀ ਆ ਵੀ ਕਿ ਨਹੀਂ ਬੀਜਣੀ ਆ, ਉਹਦਾ ਕੋਈ ਰੋਲ ਨਹੀਂ ਸੀ, ਉਹਦੀ ਉੱਥੋਂ ਤੱਕ ਕੋਈ ਇੰਟਰਫੇਅਰੈਂਸ ਨਹੀਂ ਸੀ। ਹੁਣ ਤੁਸੀਂ ਇਹ ਮੈਨੂੰ ਦੱਸੋ, ਕੱਲ ਨੂੰ ਜਦੋਂ ਕਾਰਪੋਰੇਟਸ ਆਏ, ਕਾਰਪੋਰੇਟਸ ਨੇ ਆੜਤੀਏ ਦਾ ਕੰਮ ਨਹੀਂ ਕਰਨਾ, ਕਾਰਪੋਰੇਟਸ ਨੇ ਪੂਰੀ ਚੇਨ ਨੂੰ ਕੰਟਰੋਲ ਕਰਨਾ। ਉਹਨਾਂ ਨੇ ਚੇਨ ਕੰਟਰੋਲ ਕਿਵੇਂ ਕਰਨੀ ਹੈ? ਉਹਨਾਂ ਨੇ ਫਸਲ ਬੀਜਣ ਤੋਂ ਲੈ ਕੇ ਫਿਰ ਖਰੀਦਣ ਤੱਕ, ਫਿਰ ਖਰੀਦਣ ਤੋਂ ਬਾਅਦ ਸਟੋਰੇਜ ਤੱਕ, ਸਟੋਰੇਜ ਤੋਂ ਲੈ ਕੇ ਪ੍ਰੋਸੈਸਿੰਗ ਤੱਕ, ਪ੍ਰੋਸੈਸਿੰਗ ਤੋਂ ਲੈ ਕੇ ਵੇਚਣ ਤੱਕ, ਇਹ ਸਾਰੀ ਚੇਨ ਕੰਟਰੋਲ ਕਰਨੀ ਹੈ। ਜਿਹੜੇ ਵੱਡੇ ਕੋਆਪਰੇਸ਼ਨ ਆ, ਜਿਹੜੇ ਨਿੱਕੇ ਕਿਸਾਨ ਆ, ਕਿਉਂਕਿ ਮੈਜੋਰਿਟੀ ਜਿਹੜੇ ਫਾਰਮਰਸ ਆ, ਜਿਹੜੇ ਜ਼ਿਆਦਾ ਕਿਸਾਨ ਆ ਪੰਜਾਬ ਜਾਂ ਇੰਡੀਆ ਵਿੱਚ 70-80% ਕਹ ਲਓ ਵੀ ਉਹ ਸਮੋਲ ਹੋਲਡਿੰਗ, ਉਹਦੇ ਕੋਲ ਥੋੜੀ ਜ਼ਮੀਨ ਆ। ਤੇ ਜਿਹੜੇ ਥੋੜੀ ਜ਼ਮੀਨ ਵਾਲੇ, ਉਹਦੇ ਕੋਲ ਕੋਈ ਤਾਕਤ ਨਹੀਂ ਰਹਿਣੀ, ਨਾ ਕੋਈ ਲੀਗਲ ਰੈਪਰੈਜ਼ੈਂਟੇਸ਼ਨ ਹੋਣੀ, ਨਾ ਕੋਈ ਕੰਟਰੈਕਟ ਨੈਗੋਸ਼ੀਏਸ਼ਨ ਦੀ ਹੋਣੀ, ਉਹ ਤਾਂ ਬਿਲਕੁਲ ਹੀ ਜਿੱਦਾਂ ਖਤਮ ਹੋ ਜਾਣੀ। ਫਿਰ ਤਾਂ ਬਿਲਕੁਲ ਜਿਹੜੀ ਡਾਂਗ ਉਹਦਾ ਜ਼ੋਰ ਚੱਲਣਾ। ਜਿਹੜੇ ਪਿੰਡ ਨਿੱਕੇ ਕਿਸਾਨ ਆ, ਉਹ ਤਾਂ ਬਿਲਕੁਲ ਸਾਰੀ ਡੈਵਸਟੇਸ਼ਨ ਹੋਣੀ, ਖਰਾਬ ਹੋ ਜਾਣੀ, ਸਾਰਾ ਸਿਸਟਮ ਹੀ ਚੱਲ ਜਾਣਾ। ਐਬਸੋਲੂਟਲੀ ਬਾਈ ਜੀ, ਇਹਦਾ ਪ੍ਰਾਈਮ ਐਗਜ਼ਾਮਪਲ ਵੀ ਆਪਣੇ ਕੋਲੇ ਪਿਆ ਨਾ। ਜੇ ਤੁਸੀਂ ਵੈਸਟਰਨ ਕੰਟਰੀਜ਼ 'ਚ ਦੇਖੋ, ਅੱਜ ਤੋਂ 50 ਸਾਲ ਪਹਿਲਾਂ ਨਾ ਜਿਹੜੇ ਵਿਲੇजेस ਹੁੰਦੇ ਸੀ, ਉੱਥੇ ਕੰਟਰੀ ਸਾਈਡ ਸੀ, ਉਹ ਕੰਟਰੀ ਸਾਈਡ ਬੜੀ ਡੈਂਸ ਪੋਪੂਲੇਟਡ ਹੁੰਦੀ ਸੀ, ਹਨਾ, ਡੈਂਸਲੀ ਪੋਪੂਲੇਟਡ। ਪਰ ਹੁਣ ਤੁਸੀਂ ਦੇਖੋ, ਤੁਸੀਂ ਕੰਟਰੀ ਸਾਈਡ ਚੱਲ ਜਾਓ, ਤੁਹਾਨੂੰ ਇੱਕ ਘਰ ਹੀ ਦਿਖੂਗਾ। ਲੋਕ ਮਾਈਗ੍ਰੇਟ ਕਰ ਗਏ, ਲੋਕ ਜ਼ਮੀਨਾਂ ਵੇਚ ਗਏ, ਵੱਡੇ ਕਿਸਾਨਾਂ ਨੂੰ ਵੇਚ ਗਏ, ਜਾਂ ਜਿਹੜੇ ਹੁਣ ਰਿਟੇਲ ਹਾਊਸਿਸ ਆ, ਹਿਊਜ Costco and all those big retail houses, 24/7, all these guys, ਉਹਨਾਂ ਨੂੰ ਵੇਚ ਗਏ। ਕਾਰਪੋਰੇਟਸ ਨੂੰ ਅਕੋਮੋਡੇਟ ਕਰਨ ਵਾਸਤੇ ਸਮੇਂ ਤੋਂ ਪਾਲਿਸੀਜ਼ ਇੰਪਲੀਮੈਂਟ ਹੋਈਆਂ ਸੀ। ਉਹਦੀ ਕਨਸੀਕੁਐਂਸਿਸ ਸਾਡੇ ਸਾਹਮਣੇ ਆਏ ਆ। ਉਹਦੇ ਕਨਸੀਕੁਐਂਸਿਸ ਇਹ ਆ ਵੀ ਉਹ ਬੰਦੇ ਆਪਦੇ ਕਲਚਰ ਨਾਲੋਂ ਟੁੱਟ ਗਏ, ਉਹ ਬੰਦੇ ਆਪਦੇ ਇਤਿਹਾਸ, ਆਪਦੇ ਫਲਸਫਿਆਂ ਨਾਲੋਂ ਟੁੱਟ ਗਏ, ਉਹਨਾਂ ਦੀ ਮਾਈਗ੍ਰੇਸ਼ਨ ਹੋ ਗਈ, ਸ਼ਹਿਰੀਕਰਨ ਹੋ ਗਿਆ, ਪਿੰਡਾਂ ਤੋਂ ਨਿਖੜ ਗਏ। ਉਹਨਾਂ ਬੰਦਿਆਂ ਕੋਲੇ ਜਿਹੜਾ ਆਪਦੀ ਮੌਲਿਕਤਾ ਸੀ ਨਾ, ਇੱਕ ਓਰੀਜਨੈਲਿਟੀ, ਜਿਵੇਂ ਐਬਓਰੀਜਨਲ ਸੀਗੇ, ਹਨਾ, ਅਮਰੀਕਾ 'ਚ, ਜਿਵੇਂ ਆਪਾਂ ਕਹਿ ਲਈਏ ਵੀ ਬੜੇ ਸਾਡੇ ਇੰਡੀਜੀਨਸ ਲੋਕ ਸੀ ਜਿਹੜੇ, ਈਵਨ ਕੈਨੇਡੀਅਨਸ, ਉਹ ਸਾਰੇ ਆਸਟ੍ਰੇਲੀਅਨਸ, ਉਹ ਸਾਰੇ ਖਤਮ ਹੋ ਗਏ ਯਾਰ। Red Indians they were called Red Indians after Columbus went there because he thought they are Indians, right? That's right. So actually, yeah. So what happened was, ਇਹ ਤੁਸੀਂ, ਔਰ ਦੂਜੀ ਗੱਲ, ਜਦੋਂ ਤੁਸੀਂ ਆਪਦੇ ਕਲਚਰ ਤੋਂ ਟੁੱਟਦੇ ਹੋ ਨਾ, ਉਦੋਂ ਤੁਸੀਂ ਨਸ਼ਿਆਂ 'ਚ ਡਿੱਗਦੇ ਹੋ, ਕਿ ਗੈਂਗਸਟਰ ਬਣਦੇ ਹੋ, ਕਿ ਮਾਈਗ੍ਰੇਟ ਹੁੰਦੇ ਹੋ ਉੱਥੋਂ, ਕਿ ਤੁਹਾਡੇ ਕੋਲੇ ਹੋਰ ਉਹਦੇ ਜਿਹੜੇ ਮਾੜੇ ਪ੍ਰਭਾਵ ਪੈਂਦੇ ਆ ਸਮਾਜ ਤੇ, ਤੁਹਾਡੀ ਸੁਸਾਇਟੀ ਤੇ, ਹਨਾ। ਉਹ ਪਤਾ ਨਹੀਂ ਲੱਗਦਾ। ਉਹ ਇੱਕ ਦਰਖਤ ਤੋਂ ਡਿੱਗਿਆ ਹੋਇਆ ਪੱਤਾ ਹੁੰਦਾ, ਵੀ ਦਰਖਤ ਤੋਂ ਡਿੱਗ ਪਿਆ, ਟੁੱਟ ਗਿਆ, ਉਦੋਂ ਬਾਅਦ ਉਹਨੇ ਕਿੱਥੇ ਜਾ ਕੇ ਡਿੱਗਣਾ, ਕਿਵੇਂ ਡਿੱਗਣਾ, ਉਹ ਹਵਾ ਤੇ ਨਿਰਭਰ ਕਰਦਾ ਉਸ ਵੇਲੇ, ਹਨਾ। ਸੋ ਜਦੋਂ ਅਸੀਂ ਆਪਦੇ ਕਲਚਰ ਨਾਲੋਂ ਟੁੱਟਦੇ ਹਾਂ, ਆਪਦੀ ਹੋਂਦ ਨਾਲੋਂ ਟੁੱਟ ਜਾਂਦੇ ਹਾਂ, ਤਾਂ ਹੀ ਤਾਂ ਆਪਾਂ ਵਾਰ-ਵਾਰ ਕਹਿ ਰਹੇ ਹਾਂ ਵੀ ਇਹ ਸਾਡੀ ਹੋਂਦ ਦੀ ਲੜਾਈ ਆ। ਤੁਸੀਂ ਸਾਡਾ ਆਟੋਨਮਸ ਸਟਰਕਚਰ ਜਿਹੜਾ ਜ਼ਮੀਨ ਨਾਲ, ਧਰਤੀ ਨਾਲ ਜੁੜਿਆ ਹੋਇਆ, ਉਹਨੂੰ ਨਾ ਬਰਬਾਦ ਕਰੋ। ਸਾਡਾ ਤਾਂ ਇਹਦੇ ਤੇ ਜੇ ਤੁਹਾਡਾ ਕੰਟਰੋਲ ਆ ਗਿਆ, ਸਾਡਾ ਵਿਰਸਾ ਵੀ ਸਾਡੇ ਹੱਥੋਂ ਜਾਊ, ਸਾਡਾ ਇਤਿਹਾਸ ਵੀ ਸਾਡੇ ਹੱਥੇ ਜਾਊ, ਸਾਡਾ ਫਲਸਫੇ ਵੀ ਸਾਡੇ ਹੱਥੋਂ ਜਾਣਗੇ, ਸਾਡੀ ਸਿਆਸਤ ਵੀ ਸਾਡੇ ਹੱਥੋਂ ਜਾਊ। ਹੁਣ ਜਿਹੜੀ ਸਾਡੀ ਮੰਗ ਆ ਨਾ ਫਾਰਮਰਸ ਦੀ, ਉਹ ਇਹ ਕਹਿ ਰਹੇ ਆ ਵੀ MSP ਦਾ ਕਾਨੂੰਨ ਬਣਾਓ। ਹੁਣ ਗਵਰਨਮੈਂਟ ਕਹਿ ਰਹੀ ਆ ਵੀ MSP ਦਾ ਕਾਨੂੰਨ ਨਹੀਂ ਅਸੀਂ ਬਣਾਉਂਦੇ, ਅਸੀਂ ਤੁਹਾਨੂੰ ਲਿਖ ਕੇ ਦੇ ਦਿੰਦੇ ਆ, ਜੋ ਐਗਜ਼ਿਸਟਿੰਗ ਸਟਰਕਚਰ ਆ ਉਹ ਐਜ਼ ਇਟ ਇਜ਼ ਰਹੂਗਾ MSP ਦਾ। ਹਾਂ, ਜੋ ਲਿਖ ਕੇ ਦੇ ਦੇਣ, ਨਹੀਂ ਆਬਜੈਕਟ ਨਹੀਂ ਜੀ, ਲਿਖ ਕੇ ਜੇ ਉਹ ਦੇ ਦਿੰਦੇ ਆ, MSP ਦਾ ਜਿਹੜਾ ਸਟਰਕਚਰ ਐਜ਼ ਇਟ ਇਜ਼ ਰਹੂਗਾ। ਹੁਣ ਉਹਦੇ 'ਚ ਕੀ ਹੈ, ਇਹ ਆਲ ਇੰਡੀਆ ਮੂਵਮੈਂਟ ਬਣ ਗਈ ਆ। ਚਾਹੇ ਲੋਕਾਂ ਦੀ ਪਾਰਟਿਸਿਪੇਸ਼ਨ ਇੰਡੀਆ ਦੇ ਹੋਰ ਪਾਸਿਓਂ ਹੋਵੇ ਨਾ ਹੋਵੇ, ਉਹਨਾਂ ਦੇ ਕਿਸਾਨ ਯੂਨੀਅਨ ਜਿਹੜੇ ਜਿਵੇਂ UP ਦੀ ਕਿਸਾਨ ਯੂਨੀਅਨ ਆ, ਉਹਨਾਂ ਦੇ ਵੀ ਕੁਝ ਬੰਦੇ ਆ, ਰਾਜਸਥਾਨ ਦੇ ਵੀ ਬੰਦੇ ਆ, ਹਨਾ, ਆਈ ਮਹਾਰਾਸ਼ਟਰ ਦੇ ਵੀ ਆ, ਹੋਰ ਪਾਸਿਓਂ ਵੀ ਉਹਨਾਂ ਦੀ ਲੀਡਰਸ਼ਿਪ ਆ ਗਈ ਆ। ਹੁਣ ਉਹ ਕਹਿਣਗੇ ਵੀ ਸਾਡੇ ਤਾਂ MSP ਹੈ ਹੀ ਨਹੀਂ, ਤੇ ਜੇ ਅੱਜ MSP ਪੰਜਾਬ ਹਰਿਆਣੇ ਨੂੰ ਮਿਲਦੀ ਹੈ, ਸਾਨੂੰ ਵੀ ਮਿਲੇ, ਹਨਾ। ਸੋ ਪਰ ਗਵਰਨਮੈਂਟ ਕੀ ਕਹਿ ਰਹੀ ਆ? ਗਵਰਨਮੈਂਟ ਕਹਿ ਰਹੀ ਹੈ, ਦੇਖੋ ਸਾਡਾ ਜਿਹੜਾ MSP ਦਾ ਇੱਕ ਬਜਟ ਆ ਨਾ, FCI ਨੂੰ ਅਸੀਂ ਦਿੰਨੇ ਆ, ਉਹ ਹਰ ਵਾਰੀ ਅਸੀਂ ਅਲਾਟ ਕਰਦੇ ਆ। ਉਹਦਾ ਬਹੁਤ ਵੱਡਾ ਹਿੱਸਾ ਜਿਹੜਾ ਉਹ ਪੰਜਾਬ ਨੂੰ ਦਿੱਤਾ ਜਾਂਦਾ, ਤੇ ਫਿਰ ਹਰਿਆਣੇ ਨੂੰ ਦਿੱਤਾ ਜਾਂਦਾ, ਕਿਉਂਕਿ ਇਹ ਦੋਨੇ ਐਗਰੇਰੀਅਨ ਸਟੇਟਸ ਆ।
ਹਨਾ। ਬਾਕੀ ਥਾਵਾਂ ਤੇ ਹੋਰ ਵੀ ਇੰਡਸਟਰੀ ਆ, ਮੈਨੂਫੈਕਚਰਿੰਗ ਵੀ ਆ, ਸਰਵਿਸ ਇੰਡਸਟਰੀ ਵੀ ਆ, ਤੇ ਕੁਝ ਹਿੱਸਾ ਉਹਦਾ ਬਾਕੀ ਦੇਸ਼ 'ਚ ਵੰਡ ਦਿੱਤਾ ਜਾਂਦਾ ਫਸਲ ਖਰੀਦੀ ਕਰਨ ਵਾਸਤੇ। ਹੁਣ ਉਹ ਕਹਿੰਦੇ ਵੀ ਸਾਡੇ ਕੋਲੇ ਤਾਂ ਇੰਨਾ ਯੂਨੀਅਨ ਦਾ ਬਜਟ ਨਹੀਂ ਹੁੰਦਾ, ਜੇ ਅਸੀਂ ਸਾਰੇ ਦੇਸ਼ 'ਚ ਲਾਅ ਬਣਾ ਦਈਏ ਵੀ MSP ਤੇ ਖਰੀਦਾਂਗੇ। ਇਹ ਤਾਂ ਪੂਰੀ ਸਾਡੇ ਜਿਹੜਾ ਇੰਡੀਅਨ ਸਟੇਟ ਦਾ ਬਜਟ ਨਹੀਂ, ਇਹਨਾਂ ਬਜਟ ਕਿੱਥੋਂ ਦੇਵਾਂਗੇ ਅਸੀਂ। ਹੁਣ ਇਹਨਾਂ ਗੱਲਾਂ ਤੇ ਵੀ ਇਹਨਾਂ ਗੱਲਾਂ ਤੇ ਚਰਚਾ ਹੋਣੀ ਚਾਹੀਦੀ ਆ, ਇਹਦੇ ਹੱਲ ਲੱਭਣੇ ਚਾਹੀਦੇ ਆ। ਤਾਂ ਹੀ ਮੈਂ ਵਾਰ-ਵਾਰ ਹਮੇਸ਼ਾ ਕਹਿਣਾ ਹੁੰਦਾ ਵੀ ਸੁਹਿਰਦਤਾ ਨਾਲ ਸਾਨੂੰ ਗੱਲਾਂ ਵਿਚਾਰਨੀਆਂ ਚਾਹੀਦੀਆਂ, ਤੇ ਇਹ ਜਿਹੜੀ ਪਾਲਿਸੀ ਇੰਪਲੀਮੈਂਟ ਕੀਤੀ ਆ ਇਹ ਤਾਂ ਨੋ ਡਾਊਟ ਉਹਨਾਂ ਨੂੰ ਵਾਪਸ ਲੈਣੀ ਚਾਹੀਦੀ ਆ। ਪਰ ਨਵੇਂ ਰਿਫਾਰਮਸ ਕਿਵੇਂ ਕਰਨੇ ਆ, ਨਵੇਂ ਰਿਫਾਰਮਸ ਕੀ ਹੋਣੇ ਚਾਹੀਦੇ ਆ, ਜਾਂ ਉਹ ਲੋਕ ਪੱਖੀ ਕਿਵੇਂ ਹੋਣ, ਉਹਦੇ 'ਚ ਦੋਨੇ ਧਿਰਾਂ ਦਾ ਖਿਆਲ ਕਿਵੇਂ ਰੱਖਿਆ ਜਾਵੇ। ਦੇਖੋ being ਮੈਂ ਇੱਥੇ I've been involved in this agitation since word go from the very beginning. So what I want to say is ਸਾਨੂੰ ਪਤਾ ਵੀ ਜਿਹੜੀ MSP ਆ ਨਾ, MSP 1966 ਦਾ ਕਨਸੈਪਟ ਆ, ਜਦੋਂ ਗ੍ਰੀਨ ਰੈਵੋਲੂਸ਼ਨ ਇੰਟਰੋਡਿਊਸ ਕੀਤਾ ਸੀ। ਇਸ ਕਨਸੈਪਟ ਦੇ ਅਧੀਨ ਉਸ ਵੇਲੇ ਇਨਸੈਂਟੀਵਾਈਜ਼ਡ ਕੀਤਾ ਗਿਆ ਸੀ, ਇਨਸੈਂਟਿਵ ਦਿੱਤਾ ਗਿਆ ਸੀ ਸਾਡੇ ਕਿਸਾਨਾਂ ਨੂੰ ਵੀ ਤੁਸੀਂ ਝੋਨਾ ਤੇ ਕਣਕ ਪੈਦਾ ਕਰੋ, ਕਿਉਂਕਿ ਉਸ ਵੇਲੇ ਦੇਸ਼ 'ਚ ਬਿਲਕੁਲ ਭੁੱਖਮਰੀ ਸੀ, ਭੁੱਖਮਰੀ ਦੇ ਕਗਾਰ ਤੇ ਸੀ, ਤੇ ਬਾਹਰੋਂ ਇੰਪੋਰਟ ਕਰਦੇ ਹੁੰਦੇ ਸੀ ਅਸੀਂ ਫੂਡ ਗ੍ਰੇਨਸ, ਹਨਾ। ਤੇ ਉਹ ਕਨਸੈਪਟ 1966 ਦਾ ਹਜੇ ਤੱਕ ਉਵੇਂ ਹੀ ਚੱਲਦਾ ਆ ਰਿਹਾ। ਐਕਚੁਅਲੀ ਗਵਰਨਮੈਂਟ ਨੂੰ ਕੀ ਚਾਹੀਦਾ, ਗਵਰਨਮੈਂਟ ਨੂੰ ਜਿਹੜੀ MSP ਹੈ ਨਾ ਉਹਦੀ ਡਾਇਵਰਸਿਫਿਕੇਸ਼ਨ ਕਰਨੀ ਚਾਹੀਦੀ ਆ, ਹੋਰ ਫਸਲਾਂ ਤੇ ਵੀ ਦੇਣੀ ਚਾਹੀਦੀ ਆ, ਕਿਉਂਕਿ ਉਸ MSP ਨੇ ਪੰਜਾਬ ਨੂੰ ਤਾਂ এনवायरमेंटल ਕ੍ਰਾਈਸਿਸ ਤੇ ਲਿਆ ਕੇ ਖੜਾ ਕਰਤਾ। ਝੋਨਾ ਸਾਡੀ ਫਸਲ ਨਹੀਂ, ਅਸੀਂ ਉਹਨੂੰ ਲਾ ਪਾਣੀ, ਜਿਹੜਾ 10 ਫੁੱਟ ਤੇ ਸਾਡਾ ਪਾਣੀ ਹੁੰਦਾ ਸੀ ਉਹਨੂੰ 900 ਫੁੱਟ ਤੇ ਲੈ ਗਏ। ਜਿਹੜੇ ਨਹਿਰੀ ਪਾਣੀ ਅਸੀਂ ਲਾਉਂਦੇ ਹੁੰਦੇ ਸੀ ਉਹਦੀ ਅੱਜ ਉਸ ਢੰਗ ਨਾਲ ਪੰਜਾਬ 'ਚ ਵਰਤੋਂ ਹੀ ਨਹੀਂ ਹੋ ਰਹੀ, ਸਾਡਾ ਪਾਣੀ ਇਹ ਨਹਿਰਾਂ ਬਣਾ ਪੰਜਾਬ 'ਚੋਂ ਬਾਹਰ ਲੈ ਗਏ। ਸੋ ਸਾਡੇ ਤਾਂ ਮਸਲੇ ਬਹੁਤ ਜ਼ਿਆਦਾ ਗੰਭੀਰ ਆ। ਆਪਾਂ ਗੱਲ ਕਰ ਚੁੱਕੇ ਹਾਂ ਕਿ look, the whole infrastructure needs a change. Will the government realize that? Government ਮੰਨੂਗੀ ਕਿ ਹਾਂ infrastructure change ਹੋਈ? Will it end up repealing this? And ਅਗਰ ਨਹੀਂ ਉਹਨਾਂ ਨੇ ਕੀਤਾ ਤਾਂ ਫਿਰ next steps ਕੀ ਆ? What is the plan? Plan ਕੀ ਆ ਕਿ ਅੱਗੇ ਇੱਥੇ ਤੱਕ ਤਾਂ ਆ ਗਏ, ਅਸੀਂ ਪਹੁੰਚ ਗਏ ਦਿੱਲੀ ਤੱਕ, ਅੱਗੇ ਕੀ ਪਲਾਨ ਹੈ? ਲੀਗਲ ਐਕਸ਼ਨ ਵਾਇਆ ਅਸੀਂ ਕੱਟਿਆ ਜਾਵਾਂਗੇ, ਜਾਂ ਆਪਾਂ ਇੱਥੇ ਬੈਠੇ ਰਹਿਣਾ ਜਦ ਤੱਕ ਗਵਰਨਮੈਂਟ ਨੇ ਨਹੀਂ ਕੁਝ ਚੇਂਜਸ ਲਿਆਉਣੀਆਂ, ਜਾਂ is the government gonna press ahead regardless? What is gonna happen? ਬਾਈ ਜੀ, ਉਹ ਸਾਰੀਆਂ ਜਿਹੜੀਆਂ ਆਪਸ਼ਨਸ ਸੀ ਨਾ ਉਹ ਐਕਸਪਲੋਇਟ ਹੋ ਚੁੱਕੀਆਂ, ਅਸੀਂ ਐਕਸਪਲੋਰ ਕੀਤੀਆਂ ਸਾਡੀ ਯੂਨੀਅਨ ਲੀਡਰਸ਼ਿਪ ਨੇ। ਹਜੇ ਤੱਕ ਮੈਨੂੰ ਐਂ ਲੱਗਦਾ ਹੁਣ ਸਿਚੁਏਸ਼ਨ ਆ ਨਾ, ਜਿਹੜਾ ਇਹਦਾ ਡਿਸਕੋਰਸ ਆ, ਅਗਲਾ ਡਿਸਕੋਰਸ ਆ ਸੰਘਰਸ਼ ਦਾ, ਉਹ ਬਦਲ ਜਾਣਾ। ਹੁਣ ਬਹੁਤ ਸੀਰੀਅਸ ਦੌਰ ਸ਼ੁਰੂ ਹੋ ਗਿਆ। ਹੁਣ ਜਿਵੇਂ ਰਵੀ ਬਾਈ ਨੇ ਕਿਹਾ, it'll be the defining phase now, ਹੁਣ ਗੱਲ ਕੀ ਹੋਣੀ ਆ, ਇਹਨਾਂ ਨੇ ਬਹੁਤ ਜ਼ਿਆਦਾ ਰੀਕਨਸਿਲੇਸ਼ਨ ਪ੍ਰੋਸੈਸ ਚੱਲੇ, ਸਾਡੀਆਂ ਨੈਗੋਸੀਏਸ਼ਨਸ ਹੋਈਆਂ, ਪਰ ਉਹ ਕਿਸੇ ਨਤੀਜੇ ਤੇ ਪਹੁੰਚੇ ਨਹੀਂ, ਕਿਉਂਕਿ ਸਾਡੇ ਵਾਲੇ ਜਿਹੜੇ ਬੰਦੇ ਆ ਉਹ ਕਹਿ ਰਹੇ ਆ ਵੀ ਤੁਸੀਂ ਇਹਨੂੰ ਰਿਪੀਲ ਕਰੋ, ਅਸੀਂ ਕੋਈ ਹੋਰ ਗੱਲ ਨਹੀਂ ਸੁਣਨੀ। ਉਹ ਕਹਿੰਦੇ ਆ ਰਿਪੀਲ ਤੋਂ ਬਿਨਾਂ ਤੁਸੀਂ ਜੋ ਮਰਜ਼ੀ ਕਰ ਲਓ, ਹਨਾ। ਸੋ ਜਦੋਂ ਗੱਲ ਇੱਥੇ ਆ ਕੇ ਟਿੱਕੀ ਆ ਨਾ, ਇਹ ਜਿਹੜਾ ਡੈਡਲੌਕ ਆ ਨਾ, ਇਹ ਲਾਸਟ ਮੀਟਿੰਗ ਤੋਂ ਬਾਅਦ ਬੜਾ ਰਿਜਿਡ ਹੋ ਗਿਆ, ਹਨਾ, ਬਹੁਤ ਜ਼ਿਆਦਾ ਇਹ ਕਠੋਰ ਹੋ ਗਿਆ ਡੈਡਲੌਕ, ਹੋਰ ਜ਼ਿਆਦਾ। ਹੁਣ ਜੇ ਇਹ ਨੈਗੋਸ਼ੀਏਸ਼ਨ ਨਾਲ ਨਹੀਂ ਗੱਲ ਟੁੱਟ ਰਹੀ, ਸੋ ਇਸ ਗੱਲ ਨੇ ਹੁਣ ਕਿਸੇ ਇਵੈਂਟ ਨਾਲ ਟੁੱਟਣਾ। ਹੁਣ ਇਵੈਂਟ ਸਾਡੇ ਵਾਲੇ ਪਾਸਿਓਂ ਹੁੰਦਾ ਕਿ ਉਧਰੋਂ ਹੁੰਦਾ, ਪਰ ਸਾਡੇ ਸੰਗਤ ਨੂੰ ਬੇਨਤੀ ਆ, ਜਿਵੇਂ ਰਵੀ ਆਪਦੀ ਡਿਸਕਸ਼ਨ ਚ ਲੈ ਕੇ ਆ ਰਹੇ ਆ ਤੇ ਇਸ ਗੱਲ ਨੂੰ ਉਭਾਰ ਰਹੇ ਆ ਵੀ ਸਾਨੂੰ ਸ਼ਾਂਤਮਈ ਹੀ ਰਹਿਣਾ ਚਾਹੀਦਾ, ਸ਼ਾਂਤਮਈ ਰਹਿਣਾ ਚਾਹੀਦਾ। ਦੇਖੋ ਹੁਣ ਅਸਲ ਸਬਰ ਪਰਖਿਆ ਜਾਊਗਾ, ਸਾਡਾ ਸਿਦਕ ਪਰਖਿਆ ਜਾਊਗਾ, ਸਾਡਾ ਸੰਤੋਖ ਪਰਖਿਆ ਜਾਊਗਾ, ਤੇ ਜੇ ਅਸੀਂ ਰੱਖ ਗਏ ਅਸੀਂ ਜਿੱਤਾਂਗੇ। ਅਸੀਂ ਇਹੋ ਜਿਹਾ ਕੋਈ ਇਵੈਂਟ ਨਾ ਕਰੀਏ ਜਿਹਦੇ ਨਾਲ ਗਵਰਨਮੈਂਟ ਨੂੰ ਕੋਈ ਮੌਕਾ ਮਿਲ ਜੇ ਸਾਡੇ ਤੇ ਰਿਪਰੈਸ਼ਨ ਕਰਨ ਦਾ, ਕਿਸੇ ਕੋਈ ਐਕਸ਼ਨ ਲੈਣ ਦਾ ਕੋਈ ਮੌਕਾ ਨਹੀਂ ਦੇਣਾ। ਹੁਣ ਗੱਲ ਇਹ ਆ ਵੀ ਅਗਲੀ ਜਿਹੜੀ ਕਾਲ ਆ ਨਾ, ਜਥੇਬੰਦੀਆਂ ਦੀ ਕਾਲ ਆ 26 ਤਰੀਕ ਨੂੰ ਦਿੱਲੀ ਜਾਣ ਦੀ। ਦੇਖੋ 26 ਤਰੀਕ ਸਾਨੂੰ ਸਾਰਿਆਂ ਨੂੰ ਪਤਾ ਉਹ ਰਿਪਬਲਿਕ ਡੇ ਆ, ਇੱਥੇ ਰਿਪਬਲਿਕ ਡੇ ਉਹਨਾਂ ਨੇ ਆਪਦਾ, ਹਾਂ ਤੁਸੀਂ ਉਹਨਾਂ ਦੀ ਸੋਵਰੇਨਟੀ ਨੂੰ ਚੈਲੰਜ ਕਰ ਰਹੇ ਹੋ ਐਕਚੁਅਲੀ, ਹਨਾ। ਸੋ ਇਹ ਗਵਰਨਮੈਂਟ ਵੀ ਗੱਲ ਸਮਝਦੀ ਆ ਤੇ ਸਾਡੇ ਆਗੂ ਵੀ ਇਹ ਗੱਲ ਸਮਝਦੇ ਆ। ਤੁਸੀਂ, ਮੈਂ ਕਿਉਂ ਕਹਿ ਰਿਹਾ ਸੀ ਇੱਕ ਇਵੈਂਟ ਨੇ ਤੋੜਨਾ, ਇਹ ਡੈਡਲੌਕ ਜੇ
ਇਵੈਂਟ ਕੋਈ ਤੋੜੂਗਾ ਤਾਂ ਅਗਲਾ ਇਵੈਂਟ 26 ਦੀ ਕਾਲ ਹੁਣ ਸਾਰਿਆਂ ਨੂੰ ਦਿਸ ਰਹੀ ਆ। ਤੇ ਆਮ ਤੌਰ ਤੇ ਸੰਗਤ ਨੂੰ ਇਸ ਗੱਲ ਦੀ ਸਮਝ ਹੈ ਨਹੀਂ, ਜਦੋਂ ਕਾਲ ਦਿੱਤੀ ਜਾਂਦੀ ਆ ਤਾਂ ਸੰਗਤ ਹੁਣ ਆਪ ਮੁਹਾਰੀ 26 ਤਰੀਕ ਵਾਸਤੇ ਇੱਥੇ ਪਹੁੰਚੂਗੀ। ਜਿਹੜਾ ਪੁਰਾਣਾ ਅਸੀਂ ਮੋਰਚੇ ਬੈਰੀਕੇਡਿੰਗ ਤੋੜੀ ਸੀ ਨਾ, ਉਹ ਸਾਡਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨਸ ਦੇ ਨਾਲ ਸੀ। ਹੁਣ ਜਿਹੜਾ ਸਾਡਾ ਟਕਰਾਅ ਹੋਣਾ ਨਾ, ਉਹ ਹੋਣਾ ਸਾਡਾ ਉਹਨਾਂ ਦੀਆਂ ਪੈਰਾਮਿਲਟਰੀ ਫੋਰਸਸ ਨਾਲ, ਹਨਾ, ਉਹਦੇ ਚ ਫਰਕ ਹੋਣਾ। ਹੁਣ 26 ਤਰੀਕ ਤੋਂ ਗਵਰਨਮੈਂਟ ਵੀ ਚਾਹੂਗੀ ਵੀ ਪਹਿਲਾਂ ਅਸੀਂ ਇਸ ਸਾਰੇ ਸੰਘਰਸ਼ ਨੂੰ ਜਾਂ ਇਸ ਐਜੀਟੇਸ਼ਨ ਨੂੰ ਕਿਵੇਂ ਨਾ ਕਿਵੇਂ ਖਤਮ ਕਰੀਏ। 26 ਤੋਂ ਪਹਿਲਾਂ ਉਹ ਵੀ ਚਾਹਣਗੇ। ਸੋ ਉਹ ਵੀ ਆਪਦੀ ਡੈਸਪਰੇਸ਼ਨ ਦਿਖਾਣਗੇ। ਸਾਨੂੰ ਦੇਖ ਰਿਹਾ, ਉਹਨਾਂ ਦੇ ਲੀਡਰ ਆ ਜਿਹੜੇ ਪੰਜਾਬ 'ਚ ਬੈਠ ਕੇ ਉਹ ਬਿਆਨਬਾਜ਼ੀ ਜਿਸ ਤਰ੍ਹਾਂ ਦੀ ਕਰ ਰਹੇ ਆ, ਜਿਸ ਤਰ੍ਹਾਂ ਉਕਸਾ ਰਹੇ ਆ ਲੋਕਾਂ ਨਾਲ, ਜਿਸ ਤਰ੍ਹਾਂ ਨੈਸ਼ਨਲ ਮੀਡੀਆ ਪ੍ਰੋਪਗੈਂਡਾ ਕਰ ਰਿਹਾ, ਸਾਨੂੰ ਦੇਖ ਰਿਹਾ ਉਹ। ਹੁਣ ਸਾਡੀ ਜਿਹੜੀ ਲੀਡਰਸ਼ਿਪ ਆ, ਸਪੈਸ਼ਲੀ ਲਾਸਟ ਮੀਟਿੰਗ 'ਚ ਉਹਨਾਂ ਨੇ ਬਹੁਤ ਵਧੀਆ ਪਰਫਾਰਮ ਕੀਤਾ, ਬੜਾ ਵਧੀਆ ਅਸਰਟ ਕੀਤੇ ਆਪਦੇ ਪੁਆਇੰਟ, ਬੜੇ ਫਰਮ ਰਹੇ। ਤੇ ਮੈਂ ਕਿਸਾਨ ਯੂਨੀਅਨ ਲੀਡਰਸ਼ਿਪ ਨੂੰ ਇਸ ਗੱਲ ਦੀ ਉਹਨਾਂ ਦੀ ਸ਼ਲਾਘਾ ਕਰਦਾ। ਸਾਡੀ ਲੀਡਰਸ਼ਿਪ ਨੇ, ਅਸੀਂ ਅੰਦਰ ਜਿਵੇਂ ਮਰਜ਼ੀ ਆਪਸ 'ਚ ਇਕੱਠੇ ਹੋਈਏ ਨਾ ਹੋਈਏ, ਉਹ ਗੱਲ ਬਾਹਰ ਹੀ ਜਿਹੜਾ ਮੋਰਚੇ ਦੀ ਸਾਡੀ ਪੋਜੀਸ਼ਨ ਆ, ਉਹ ਬਹੁਤ ਮਜ਼ਬੂਤ ਹੋ ਗਈ ਹੈ ਜੀ, ਜਿਹੜੀ ਸਾਡੇ ਲਈ ਕੀ ਗੱਲ ਆ ਤੇ ਸਰਕਾਰ ਲਈ ਚਿੰਤਾਜਨਕ। ਜੇ ਤੁਸੀਂ ਕਹੋ ਸਰਕਾਰ ਤੇ ਫਰਕ ਨਹੀਂ ਪੈ ਰਿਹਾ, ਸਰਕਾਰ ਤੇ ਬਹੁਤ ਜ਼ਿਆਦਾ ਫਰਕ ਪੈ ਰਿਹਾ। ਇਸ ਟਾਈਮ ਸਰਕਾਰ ਹੁਣ ਆਪਦਾ ਪੂਰਾ ਵਾਹ ਲਾ ਰਹੀ ਆ ਵੀ ਇਸ ਐਜੀਟੇਸ਼ਨ ਨੂੰ ਖਤਮ ਕਿਵੇਂ ਕੀਤਾ ਜਾਵੇ। ਉਹ ਹਜੇ ਤੱਕ ਵੀ ਕਹਿ ਰਹੇ ਆ ਕਿਸਾਨ ਗੁੰਮਰਾਹ ਹੋਏ ਆ। ਜਿਹੜੀ ਅਗਵਾਈ ਕਰ ਰਹੀ ਟੀਮ ਆ, ਉਹ ਪੋਲੀਟੀਕਲੀ ਡਿਜ਼ਾਈਨਡ ਆ, ਉਹ ਪੋਲੀਟੀਕਲੀ ਮੋਟੀਵੇਟਡ ਆ। ਮੈਂ ਕਹਿੰਦਾ ਪੋਲੀਟੀਕਲੀ ਮੋਟੀਵੇਟਡ ਜੋ ਮਰਜ਼ੀ ਹੋਵੇ, ਇੱਥੇ ਅੱਜ ਜੋ ਫੈਸਲਾ ਹੋ ਰਿਹਾ ਉਹ ਸੰਗਤ ਦਾ ਹੋ ਰਿਹਾ। ਸੰਗਤ ਹੀ ਫੈਸਲੇ ਲੈ ਰਹੀ ਆ। ਜਦੋਂ ਸੰਗਤ ਦੇ ਹੱਥ 'ਚ ਡੋਰ ਆ ਨਾ, ਔਰ ਸੰਗਤ ਦੇ ਹੱਥ 'ਚ ਡੋਰ ਕਿਵੇਂ ਆ, ਅਕਾਲ ਪੁਰਖ ਵਾਹਿਗੁਰੂ ਸੰਗਤ ਦੇ ਥਰੂ ਆਪਦੇ ਫੈਸਲੇ ਕਰਾ ਰਿਹਾ, ਜੋ ਫੈਸਲੇ ਲੋਕਾਂ ਦੇ ਹੱਕ 'ਚ ਹੋਣੇ ਚਾਹੀਦੇ ਆ। ਮੈਂ ਵਾਰ-ਵਾਰ ਇਸੇ ਕਰਕੇ ਕਹਿਣਾ ਹੁੰਦਾ, ਇੱਥੇ ਤਾਂ ਰੱਬ ਦੀ ਮਿਹਰ ਆ ਤੇ ਉਹ ਕਲਾ ਵਰਤ ਰਹੀ ਆ। ਤੁਸੀਂ ਆਪਣਾ ਟਾਈਮ ਦਿੱਤਾ ਜੀ, ਥੈਂਕ ਯੂ।